ਹਾਂਜੀ, 7th ਕਲਾਸ ਦੇ ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ ਕਰਾਂਗੇ 8th ਐਨ ਅਰਥਕੁਇਕ। ਇਸ ਦਾ ਮਤਲਬ ਹੈ ਭੂਚਾਲ। ਇਹ ਇੱਕ ਪੋਅਮ ਹੈ। ਸਭ ਤੋਂ ਪਹਿਲਾਂ ਅਸੀਂ ਪੋਅਮ ਨੂੰ ਰਿਸਾਈਟ ਕਰਾਂਗੇ, ਇਸ ਨੂੰ ਗਾਵਾਂਗੇ, ਰਿਸਾਈਟ ਕਰਾਂਗੇ, ਬੋਲਾਂਗੇ, ਪੜ੍ਹਾਂਗੇ। ਤਾਂ ਸਾਰੇ ਬੱਚੇ ਤੁਸੀਂ ਵੀ ਮੇਰੇ ਨਾਲ ਇਸ ਨੂੰ ਪੜ੍ਹਨਾ ਹੈ ਔਰ ਬੋਲਣਾ ਹੈ। ਉਸ ਤੋਂ ਬਾਅਦ ਇਸ ਦੇ ਵਰਡ ਮੀਨਿੰਗ ਕਰਾਂਗੇ। ਵਰਡ ਮੀਨਿੰਗ ਤੋਂ ਬਾਅਦ ਇਹ ਸਾਰੀ ਪੋਇਮ ਨੂੰ ਅਸੀਂ ਸਮਝਾਂਗੇ, ਐਕਸਪਲੇਨ ਇਨ ਪੰਜਾਬੀ। ਫਸਟ ਆਫ ਆਲ ਇਸ ਨੂੰ ਅਸੀਂ ਰਿਸਾਈਟ ਕਰਦੇ ਹਾਂ। ਦੇਖੋ, ਐਨ ਅਰਥਕੁਇਕ ਇਸ ਪੋਇਮ ਦਾ ਨਾਮ ਹੈ, ਪੋਮ ਦਾ। ਤਾਂ ਅਸੀਂ ਪੜ੍ਹਦੇ ਹਾਂ। As I lay wide awake, my words began to shake. Was my fear real or fake? The trembling fan confirmed the quake. The houses came crashing down. Oh my God, cried the whole town. A moment ago, the town stood tall. Now fragmented on the ground it crawls. Turned to rubble, changed into debris. Houses, roads, parks, and trees. Everywhere, everything is found, kissing and talking to the ground. People out of their cozy home, people out of their cozy homes, some of which have now become tombs. So students, this was the poem we recite, The Earthquake. Now we are going to understand the poem, and first of all we are going to know the meaning of some words. है trembling. Trembling ਹੁੰਦਾ ਹੈ ਕੰਬਣਾ, ਜਿਵੇਂ ਕਿਸੇ ਨੂੰ ਕੰਬ ਆ ਚੜਿਆ ਹੁੰਦਾ ਹੈ, ਹੱਲਣਾ, ਹੈ ਨਾ, ਕੰਬਣਾ। ਫਿਰ ਹੈ ਕਨਫਰਮਡ। ਕਨਫਰਮਡ ਹੁੰਦਾ ਹੈ ਪੱਕਾ, ਪੱਕਾ ਪਤਾ ਹੋਣਾ, ਹੈ ਨਾ। ਕ੍ਰੈਸ਼ਿੰਗ ਡਾਊਨ। ਕ੍ਰੈਸ਼ਿੰਗ ਡਾਊਨ ਹੁੰਦਾ ਹੈ ਨੀਚੇ ਗਿਰਨਾ। ਸਟੁੱਡ ਟਾਲ। ਸਟੁੱਡ ਟਾਲ ਹੁੰਦਾ ਹੈ ਇੱਕ ਜਗ੍ਹਾ ਖੜ੍ਹੇ ਹੋਣਾ, ਬਿਲਕੁਲ ਸਿੱਧੇ ਖੜ੍ਹੇ ਹੋਣਾ। ਫਰੈਗਮੈਂਟਸ। ਫਰੈਗਮੈਂਟਸ ਹੁੰਦਾ ਟੁਕੜੇ, ਜਾਂ ਬਹੁਤ ਸਾਰੀਆਂ ਇੱਕ ਚੀਜ਼ ਕਾਫੀ ਸਾਰੀ ਚੀਜ਼ਾਂ 'ਚ ਵੰਡਿਆ ਜਾਣਾ, ਟੁਕੜੇ ਹੋ ਜਾਣਾ ਯਾਨੀ ਕਿ। ਫਿਰ ਉਸ ਤੋਂ ਬਾਅਦ ਨੀਚੇ ਆਉਂਦੇ ਹਾਂ ਅਸੀਂ। ਸਾਡੇ ਕੋਲ ਹੈ ਕਰਾਲਸ। ਕਰਾਲਸ ਹੁੰਦਾ ਰੇਂਗ ਕੇ ਚੱਲਣਾ, ਜਿਵੇਂ ਕੋਈ ਸੱਪ ਤੁਰਦਾ ਹੁੰਦਾ ਹੈ, ਰੇਂਗ ਕੇ। ਰਬਲ। ਰਬਲ ਦਾ ਮਤਲਬ ਹੈਗਾ ਮਲਬਾ, ਇੱਟਾਂ ਰੋੜੇ, ਜਿਹੜੇ ਅਸੀਂ ਜਦੋਂ ਮਕਾਨ ਢਹਿ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਮਾਨ ਹੁੰਦਾ ਬਚਦਾ ਸਾਡੇ ਕੋਲ, ਇੱਟਾਂ ਰੋੜੇ ਹੋਰ ਮਟੀਰੀਅਲ, ਉਸਨੂੰ ਰਬਲ ਕਹਿੰਦੇ ਹਾਂ। ਡੈਬਰੀ। ਡੈਬਰੀ ਵੀ ਸੇਮ ਹੀ ਹੁੰਦਾ। ਕੋਜੀ। ਕੋਜ਼ੀ ਹੁੰਦਾ ਹੈ ਆਰਾਮਦਾਇਕ। ਟੂਮ। ਟੂਮਸ ਹੁੰਦਾ ਹੈ ਕਬਰਾਂ। ਤਾਂ ਇਹ ਸੀ ਸਾਡੇ ਲੈਸਨ ਦੇ ਵਰਡ ਮੀਨਿੰਗ। ਇਸ ਲੈਸਨ ਦਾ ਜਿਹੜਾ ਨਾਮ ਹੈ ਉਸਨੂੰ ਦੇਖ ਕੇ ਬੜਾ ਡਰ ਲੱਗਦਾ ਹੈ। ਉਹ ਨਾਮ ਕੀ ਹੈ? ਐਨ ਅਰਥਕੁਇਕ। ਅਰਥਕੁਇਕ ਦਾ ਕੀ ਮਤਲਬ ਹੁੰਦਾ ਹੈ? ਅਰਥਕੁਇਕ ਹੁੰਦਾ ਹੈ ਭੂਚਾਲ।
ਭੂਚਾਲ ਦਾ ਮਤਲਬ ਜਦੋਂ ਸਾਰੀ ਧਰਤੀ ਹੈ ਜਿਹੜੀ ਉਹ ਕੰਬਣ ਲੱਗ ਜਾਂਦੀ ਹੈ, ਮਕਾਨ ਗਿਰਨ ਲੱਗ ਜਾਂਦੇ ਨੇ ਅਤੇ ਸਾਰੀਆਂ ਜਿਹੜੀ ਸਾਰਾ ਕੁਛ ਉਸ ਟਾਈਮ ਰੁਕ ਜਾਂਦਾ ਹੈ ਅਤੇ ਜਿੰਨੀਆਂ ਬਿਲਡਿੰਗਾਂ ਵਗੈਰਾ ਹੈਗੀਆਂ ਨੇ ਸਾਡੀਆਂ ਢਹਿ ਢੇਰੀ ਹੋ ਜਾਂਦੀਆਂ ਨੇ। ਉਸ ਨੂੰ ਅਰਥਕਵਿਕ ਕਹਿੰਦੇ ਹਾਂ ਜਦੋਂ ਧਰਤੀ ਹਿੱਲਣ ਲੱਗ ਜਾਂਦੀ ਹੈ। ਤਾਂ ਬੜਾ ਡਰ ਲੱਗਦਾ ਹੈ ਇਸ ਲੈਸਨ ਦੇ ਨਾਮ ਤੋਂ, ਫਿਰ ਵੀ ਅਸੀਂ ਪੜ੍ਹਾਂਗੇ ਇਸ ਨੂੰ। ਆਓ ਦੇਖਦੇ ਹਾਂ। ਐਜ਼ ਆਈ ਲੇ ਵਾਈਡ ਅਵੇਕ, ਜਦੋਂ ਹੀ ਮੈਂ ਜਾਗਿਆ, ਮਾਈ ਬੈਡਸ ਵਿਗਨ ਟੂ ਸ਼ੇਕ, ਮੇਰਾ ਜਿਹੜਾ ਬੈੱਡ ਹੈ ਜਾਂ ਮੇਰੇ ਬੈਡਸ ਨੇ, ਜਿਹੜੇ ਮੇਰੇ ਮੰਜਾ ਹੈ ਉਹ ਕੀ ਕਰਨ ਲੱਗ ਗਿਆ, ਸ਼ੇਕ ਕਰਨ ਲੱਗਿਆ, ਹੱਲਣ ਲੱਗਿਆ। ਜਾਂ ਇਹ ਕਹਿ ਲਓ ਜਦੋਂ ਮੰਜਾ ਹੱਲਣ ਲੱਗਿਆ ਤਦੇ ਉਸਨੂੰ ਜਾਗ ਆ ਗਈ। ਨੈਕਸਟ, ਵਾਜ਼ ਮਾਈ ਫੀਅਰ ਰੀਅਲ ਔਰ ਫੇਕ, ਮੈਨੂੰ ਇਹ ਸਮਝ ਨਹੀਂ ਆਈ ਕਿ ਮੇਰਾ ਜਿਹੜਾ ਡਰ ਹੈ ਉਹ ਰੀਅਲ ਹੈ ਜਾਂ ਫੇਕ ਹੈ, ਉਹ ਅਸਲੀ ਹੈ ਜਾਂ ਨਕਲੀ ਹੈ। ਦ ਟਰੈਂਬਲਿੰਗ ਫੈਨ ਕਨਫਰਮਡ ਦ ਕੁਐਕ, ਪਰੰਤੂ ਜਿਹੜਾ ਪੱਖਾ ਸੀਗਾ ਜਿਹੜਾ ਉਹ ਟਰੈਂਬਲਿੰਗ ਕਰ ਰਿਹਾ ਸੀ, ਕੰਬ ਰਿਹਾ ਸੀਗਾ, ਜਿਸ 'ਤੇ ਕੀ ਕਨਫਰਮ ਹੋ ਗਿਆ, ਪੱਕਾ ਹੋ ਗਿਆ ਕਿ ਇਹ ਭੂਚਾਲ ਹੀ ਹੈ। ਪਹਿਲਾਂ ਮੈਨੂੰ ਪਤਾ ਨਹੀਂ ਸੀ, ਹੁਣ ਮੈਨੂੰ ਪਤਾ ਲੱਗ ਗਿਆ ਕਿ ਇਹ ਭੂਚਾਲ ਹੀ ਹੈ। ਦ ਹਾਊਸਿਸ ਕੇਮ ਕ੍ਰੈਸ਼ਿੰਗ ਡਾਊਨ, ਘਰ ਸੀਗੇ ਜਿਹੜੇ ਉਹ ਕ੍ਰੈਸ਼ਿੰਗ ਡਾਊਨ ਹੋ ਰਹੇ ਸੀ, ਢਹਿ ਢੇਰੀ ਹੋ ਰਹੇ ਸੀਗੇ। ਓ ਮਾਈ ਗਾਡ ਕਰਾਈਜ਼ ਦਾ ਹੋਲ ਟਾਊਨ, ਸਾਰਾ ਜਿਹੜਾ ਸ਼ਹਿਰ ਸੀ ਉਹ ਕੀ ਕਹਿਣ ਲੱਗ ਗਿਆ, ਓ ਮਾਈ ਗੋਡ, ਯਾਨੀ ਕਿ ਬੜਾ ਚਿੰਤਾ ਦੇ ਵਿੱਚ ਹੋ ਗਿਆ ਸਾਰਾ ਸ਼ਹਿਰ। ਅ ਮੂਮੈਂਟ ਐਗੋ, ਕੁਛ ਸਮਾਂ ਪਹਿਲਾਂ, ਥੋੜ੍ਹੇ ਜਿਹੇ ਪਲ ਪਹਿਲਾਂ, ਦ ਟਾਊਨ ਸਟੂਡ ਟਾਲ, ਸਾਰਾ ਸ਼ਹਿਰ ਖੜ੍ਹਿਆ ਸੀਗਾ। ਸਾਰਾ ਸ਼ਹਿਰ ਕੀ ਸੀ, ਬਿਲਕੁਲ ਆਰਾਮਦਾਇਕ ਸਥਿਤੀ ਦੇ ਵਿੱਚ ਬਿਲਕੁਲ ਖੜ੍ਹਿਆ ਸੀਗਾ, ਸਟੂਡ ਸੀਗਾ। ਨਾਓ ਫਰੈਗਮੈਂਟਡ, ਹੁਣ ਫਰੈਗਮੈਂਟਡ ਹੋ ਗਿਆ। ਔਨ ਦ ਗਰਾਊਂਡ ਇਟ ਕ੍ਰੋਲਸ, ਸਾਰਾ ਸ਼ਹਿਰ ਦੀਆਂ ਜਿਹੜੀਆਂ ਬਿਲਡਿੰਗਾਂ ਸੀਗੀਆਂ ਜਿਹੜੀਆਂ ਖੜ੍ਹੀਆਂ ਸੀਗੀਆਂ ਕੁਝ ਸਮਾਂ ਪਹਿਲਾਂ, ਉਹ ਟੁਕੜੇ ਟੁਕੜੇ ਹੋ ਗਈਆਂ, ਢਹਿ ਢੇਰੀ ਹੋ ਗਈਆਂ, ਗਰਾਊਂਡ ਦੇ ਉੱਤੇ ਕਰਾਲ ਕਰ ਰਹੀਆਂ ਨੇ, ਰੇਂਗ ਰਹੀਆਂ ਨੇ। ਟਰਨ ਟੂ ਰਬਲ, ਇਹ ਕਾਹਦੇ ਵਿੱਚ ਬਦਲ ਗਿਆ, ਰਬਲ ਦੇ ਵਿੱਚ। ਚੇਂਜਡ ਇਨਟੂ ਡੈਬਰੀਜ਼, ਅਤੇ ਡੈਬਰੀਜ਼ ਦੇ ਵਿੱਚ ਬਦਲ ਗਿਆ। ਇੱਟਾਂ ਰੋੜੇ ਹੈ ਨਾ, ਮਕਾਨ ਮਲਬਾ ਜਿੰਨਾ ਵੀ ਹੈ ਉਸ ਦੇ ਵਿੱਚ ਉਹ ਚੇਂਜ ਹੋ ਗਿਆ। ਜਿਹੜੀਆਂ ਬਿਲਡਿੰਗਾਂ ਬਿਲਕੁਲ ਸਾਫ ਸੁਥਰੀਆਂ ਖੜ੍ਹੀਆਂ ਸੀ। ਹਾਊਸਸ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਮਲਬਾ ਬਣ ਗਿਆ, ਹਾਊਸਸ ਘਰਾਂ ਦਾ, ਰੋਡਸ, ਪਾਰਕਸ ਐਂਡ ਟਰੀਜ਼, ਇਹ ਸਾਰੀਆਂ ਚੀਜ਼ਾਂ ਦਾ ਕੀ ਬਣ ਗਿਆ, ਮਲਬਾ ਬਣ ਗਿਆ। ਲਾਸਟ ਦੇ ਵਿੱਚ ਐਵਰੀਵੇਅਰ, ਹਰੇਕ ਜਗ੍ਹਾ, ਐਵਰੀਥਿੰਗ, ਹਰੇਕ ਚੀਜ਼, ਇਜ਼ ਫਾਊਂਡ, ਕਿਵੇਂ ਫਾਊਂਡ, ਕਿਸ ਤਰ੍ਹਾਂ ਪਾਈ ਗਈ, ਕਿਸਿੰਗ ਐਂਡ ਟਾਕਿੰਗ ਟੂ ਦ ਗਰਾਊਂਡ, ਇਹ ਸਾਰੀਆਂ ਚੀਜ਼ਾਂ ਕੀ ਹੋ ਗਈਆਂ, ਗਰਾਊਂਡ ਦੇ ਵਿੱਚ ਆ ਗਈਆਂ। ਗਰਾਊਂਡ ਦੇ ਵਿੱਚ ਕਿਸਿੰਗ ਦਾ ਮਤਲਬ ਹਰ ਇੱਕ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਧਰਤੀ 'ਤੇ ਆ ਗਈਆਂ, ਮਤਲਬ ਬਹੁਤ ਉੱਚੀਆਂ ਉੱਚੀਆਂ ਚੀਜ਼ਾਂ ਸੀਗੀਆਂ, ਚਾਹੇ ਕੋਈ ਉਹ ਦਰਖਤ ਸੀਗੇ, ਚਾਹੇ ਕੋਈ ਬਿਲਡਿੰਗ ਸੀਗੀ, ਉਹ ਸਾਰੀਆਂ ਧਰਤੀ ਨਾਲ ਗੱਲਾਂ ਕਰਨ ਲੱਗ ਗਈਆਂ, ਗਰਾਊਂਡ ਨਾਲ, ਯਾਨੀ ਕਿ ਧਰਤੀ 'ਤੇ ਢਹਿ ਢੇਰੀ ਹੋ ਗਈਆਂ। ਪੀਪਲ ਆਊਟ ਆਫ ਦੇਅਰ ਕੋਜੀ ਹਾਊਸਿਸ, ਲੋਕ ਆਪਣੇ ਕੋਜੀ ਆਰਾਮਦਾਇਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਆਏ। ਸਮ ਆਫ ਵਿਚ ਹੈਵ ਨਾਓ ਬੀਕਮ ਟੂਮਸ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਟੂਮ ਦੇ ਵਿੱਚ ਚਲੇ ਗਏ, ਯਾਨੀ ਕਿ ਕਬਰਾਂ ਦੇ ਵਿੱਚ ਚਲੇ ਗਏ, ਯਾਨੀ ਕਿ ਉਹ ਮਰ ਗਏ। ਬਹੁਤ ਸਾਰੇ ਲੋਕ ਆਰਾਮਦਾਇਕ ਘਰਾਂ ਦੇ ਵਿੱਚੋਂ ਵੀ ਬਾਹਰ ਆ ਗਏ ਅਤੇ ਕਈ ਉੱਥੇ ਹੀ ਕਬਰ ਦੇ ਰੂਪ ਵਿੱਚ ਬਣ ਗਏ, ਕਈਆਂ ਦੀ ਕਬਰ ਉੱਥੇ ਹੀ ਬਣ ਗਈ। ਤਾਂ ਇਹ ਜਿਹੜਾ ਲੈਸਨ ਸੀਗਾ, ਇੱਕ ਪੋਮ ਸੀਗੀ ਅਤੇ ਇਸ ਪੋਮ ਨੂੰ ਲਿਖਿਆ ਸੀਗਾ ਬੰਦਨਾ ਲੋਨਾਇਲ ਨੇ। ਤਾਂ ਇਹ ਨਾਓ ਵੀ ਆਰ ਗੋਇੰਗ ਟੂ discuss about the question answers of this lesson. First,
We have first question. What is the poem about? Poem ਕਿਸ ਦੇ ਬਾਰੇ 'ਚ ਸੀ? The poem ਕਿਸ ਦੇ ਬਾਰੇ 'ਚ ਸੀ? The poem is about the earthquake. Poem ਕਾਹਦੇ ਬਾਰੇ ਹੈ? Earthquake ਦੇ ਬਾਰੇ 'ਚ ਹੈ, ਭੂਚਾਲ ਦੇ ਬਾਰੇ 'ਚ ਹੈ। Second, what happened as the poet lay awake? ਕੀ ਵਾਪਰਿਆ ਜਦੋਂ ਉਹ ਜਾਗ ਗਿਆ ਪੋਇਟ? ਤਾਂ ਕੀ ਵਾਪਰਿਆ? ਉਸਨੇ ਦੇਖਿਆ ਕਿ ਹਿਜ਼ ਬੈਡਸ ਆਰ ਟਰੈਂਬਲਿੰਗ, ਕਿ ਉਸਦੇ ਜਿਹੜੇ ਬੈੱਡ ਨੇ, ਉਸਦੇ ਜਿਹੜਾ ਮੰਜਾ ਹੈ ਉਹ ਕੰਬ ਰਿਹਾ ਹੈ। ਥਰਡ, ਹਾਊ ਡਿਡ ਦ ਪੋਇਟ ਕਮ ਟੂ ਨੋ ਅਬਾਊਟ ਦ ਅਰਥਕੁਇਕ? ਅਰਥਕੁਇਕ ਬਾਰੇ ਉਸਨੂੰ ਕਦੋਂ ਪਤਾ ਲੱਗਿਆ? ਜਦੋਂ ਉਹ ਜਾਗਿਆ ਤਾਂ ਉਸਦਾ ਜਿਹੜਾ ਬੈੱਡ ਹੈ ਉਹ ਕੀ ਕਰ ਰਿਹਾ ਹੈ? ਟਰੈਂਬਲਿੰਗ ਕਰ ਰਿਹਾ ਹੈ। ਇਸ 'ਤੇ ਉਸਨੂੰ ਪਤਾ ਲੱਗਿਆ ਕਿ ਇਹ ਕੀ ਹੈ? ਅਰਥਕੁਇਕ ਹੈ। ਫੋਰਥ, ਬਟ ਕਨਫਰਮ ਦ ਪੋਇਟਸ ਫੀਅਰ ਅਬਾਊਟ ਦ ਕੁਇਕ ਦੇ ਬਾਰੇ 'ਚ ਉਸਨੂੰ ਹਲੇ ਤੱਕ ਪਤਾ ਨਹੀਂ ਲੱਗਿਆ ਸੀ। ਉਸਨੂੰ ਇਹ ਸੀ ਕਿ ਇਹ ਅਸਲੀ ਹੈ ਕਿ ਨਕਲੀ, ਪਰ ਕਿੱਥੋਂ ਕਨਫਰਮ ਹੋਇਆ? ਵੈਨ ਹੀ ਸਾ ਦ ਫੈਨ ਇਜ਼ ਟਰੈਂਬਲਿੰਗ, ਜਦੋਂ ਉਸਨੇ ਦੇਖਿਆ ਕਿ ਉਸਦੀ ਜਿਹੜੇ ਛੱਤ ਦਾ ਜਿਹੜਾ ਪੱਖਾ ਹੈ ਉਹ ਵੀ ਕੰਬ ਰਿਹਾ ਹੈ। ਲਾਸਟ, ਬਟ ਹੈਪਨਡ ਆਫਟਰ ਦਾ ਕੁਇਕ ਤੋਂ ਬਾਅਦ ਕੀ ਵਾਪਰਿਆ? ਮੇਕ ਅ ਲਿਸਟ। ਵੀ ਕੈਨ ਸੀ ਦੈਟ ਲਿਸਟ। So all the students, you listen the video and watch the video. So I hope you enjoyed all the video, and if you like this video, please press the like button and subscribe the channel and press the bell icon button. Thank you very much, all the students.